ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਭਾਰਤ ਵਰਸ਼ ਅਨੇਕਾਂ ਰਿਸ਼ੀਆਂ ਮੁਨੀਆਂ ਦਾ ਦੇਸ਼ ਹੈ। ਇਹ ਦੇਸ਼ ਭਗਤੀ ਪ੍ਰਧਾਨ ਹੋਣ ਕਰਕੇ ਇੱਥੇ ਅਨੇਕਾਂ ਰਿਸ਼ੀਆਂ ਮੁਨੀਆਂ ਸਾਧੂ ਸੰਤਾਂ ਨੇ ਬੜੀ ਭਾਰੀ ਤਪੱਸਿਆ ਕੀਤੀਆਂ। ਸੋ ਆਪਣੇ ਜੀਵਨ ਦੇ ਵਿੱਚ ਇੰਨੀਆਂ ਭਾਰੀਆਂ ਤਪੱਸਿਆ ਦੇ ਫਲਸਰੂਪ ਉਹਨਾਂ ਦੇ ਹਿਰਦੇ ਦੇ ਅੰਦਰੋਂ ਜੋ ਗਿਆਨ ਪ੍ਰਗਟ ਹੋਇਆ ਨਾ, ਉਸ ਗਿਆਨ ਦੇ ਵਿੱਚੋਂ ਜਿਹੜੇ ਮੰਤਰ ਨਿਕਲੇ ਆ ਅੰਦਰ, ਉਹਨਾਂ ਮੰਤਰਾਂ ਦੀ ਮਹਿਮਾ ਬੜੀ ਅਪਰੰਪਾਰ ਹੈ। ਸੋ ਇਹ ਜਿਹੜੇ ਮੰਤਰ ਹੈਗੇ ਆ, ਇਹ ਆਦਿ ਜਗਤ ਤੋਂ ਚੱਲੇ ਆ ਰਹੇ ਆ, ਪਰ ਬਹੁਤ ਘੱਟ ਐਸੇ ਸੱਜਣ ਵਾ ਜਿਹੜੇ ਰਿਸ਼ੀਆਂ ਮੁਨੀਆਂ ਦੁਆਰਾ ਨਿਕਲੇ ਹੋਏ ਮੰਤਰਾਂ ਨੂੰ ਸੰਭਾਲ ਕੇ ਰੱਖਦੇ ਆ। ਸੋ ਇਹ ਜਿਹੜੇ ਮੰਤਰ ਵਾ, ਇਹਨਾਂ ਦੀ ਜਾਣਕਾਰੀ ਹੋਣੀ ਹਰੇਕ ਵਾਸਤੇ ਬੜੀ ਜ਼ਰੂਰੀ ਹੈ। ਜਿਨ੍ਹਾਂ ਨੇ ਵਾਹਿਗੁਰੂ ਨੂੰ ਸਮਝਣਾ ਹੋਵੇ, ਭਗਤੀ ਭਾਵ ਦੇ ਖੇਤਰ ਦੇ ਵਿੱਚ ਆਉਣਾ ਹੋਵੇ, ਜਾਂ ਪਰਮੇਸ਼ਰ ਦੇ ਬਾਰੇ ਉਹਦੀ ਰਚਨਾ ਜੋ ਉਸਨੇ ਬਣਾਈ ਆ ਉਸ ਦੇ ਭਾਵ ਨੂੰ ਸਮਝਣਾ ਹੋਵੇ। ਸੋ ਜਿੰਨੇ ਵੀ ਮੰਤਰ ਰਿਸ਼ੀਆਂ ਮੁਨੀਆਂ ਦੁਆਰਾ ਇਸ ਭਾਰਤ ਵਰਸ਼ ਦੇ ਵਿੱਚ ਸਮੇਂ ਦੇ ਵਿੱਚ ਰਿਸ਼ੀਆਂ ਮੁਨੀਆਂ ਦੇ ਅੰਦਰੋਂ ਇੱਕ ਚਸ਼ਮੇ ਦੀ ਤਰ੍ਹਾਂ ਪ੍ਰਗਟ ਹੋਏ ਆ, ਇਹਨਾਂ ਮੰਤਰਾਂ ਦੇ ਪਿੱਛੇ ਕੀ ਰਾਜ ਛੁਪਿਆ ਹੋਇਆ ਹੈ, ਇਹ ਵੀ ਅੱਜ ਤੱਕ ਇੱਕ ਬੜੀ ਬੁਝਾਰਤ ਬਣੀ ਹੋਈ ਹੈ। ਕਿਉਂਕਿ ਜਿਹੜੇ ਮੰਤਰ ਪੜ੍ਹਦੇ ਹਨ ਅਤੇ ਉਹਨਾਂ ਮੰਤਰਾਂ ਦੇ ਪ੍ਰਭਾਵਾਂ ਨੂੰ ਉਹ ਵੀ ਨਹੀਂ ਦੱਸ ਸਕਦੇ ਕਿ ਇਹਦੇ ਪਿੱਛੇ ਕਾਰਨ ਕੀ ਹੈ। ਅਸਲ ਦੇ ਵਿੱਚ ਕੀ ਹੈ ਕਿ ਜਿਹੜੇ ਮੰਤਰ ਵਾ ਉਹ ਪਰਮੇਸ਼ਰ ਦੀ ਆਪਣੀ ਬੋਲੀ, ਆਪਣੀ ਆਵਾਜ਼ ਵਾ, ਅਤੇ ਇਹ ਜਿਹੜੀ ਆਵਾਜ਼ ਹੈਗੀ ਹੈ ਇਹ ਆਪੋ ਆਪਣਾ ਅਸਰ ਰੱਖਦੀ ਆ। ਸੋ ਅੱਜ ਦਾਸ ਇਹਨਾਂ ਹੀ ਮੰਤਰਾਂ ਦੇ ਪ੍ਰਭਾਵਾਂ ਨੂੰ ਆਪ ਸਾਰੀਆਂ ਸੰਗਤਾਂ ਦੇ ਨਾਲ ਸਾਂਝਾ ਕਰਦਾ ਹੈ ਕਿ ਕਿਵੇਂ ਮੰਤਰ ਜਪਣ ਦੇ ਨਾਲ ਉਹਨਾਂ ਦੇ ਪ੍ਰਭਾਵ ਸਿੱਧੇ ਤੌਰ 'ਤੇ ਪ੍ਰਗਟ ਹੋ ਜਾਂਦੇ ਆ। ਸੋ ਇਹ ਗੱਲਾਂ ਜਿਹੜੀਆਂ ਹੈ, ਇਸ ਨੂੰ ਬੜੇ ਧਿਆਨ ਅਗੋਚਰ ਦੇ ਵਿੱਚ ਅਗਰ ਆਪਾਂ ਖੋਜ ਦੇ ਪੱਖੋਂ ਦੇਖੀਏ ਤਾਂ ਇਹੋ ਜਿਹੇ ਮੰਤਰ ਬੜੇ ਲਾਭਦਾਇਕ ਸਿੱਧ ਹੁੰਦੇ ਆ ਅਗਰ ਆਪਾਂ ਇਹਨਾਂ ਨੂੰ ਲੋਕ ਭਲਾਈ ਦੇ ਕੰਮਾਂ ਦੇ ਵਿੱਚ ਵਰਤੀਏ। ਜਿਵੇਂ ਇੱਕ ਮਹਾਤਮਾ ਦੱਸਦੇ ਸੀ ਕਿ ਅਸੀਂ ਇੱਕ ਨਗਰ ਦੇ ਵਿੱਚ ਪੁਰਾਣੇ ਸਮਿਆਂ ਦੇ ਵਿੱਚ, ਜਿਨ੍ਹਾਂ ਸਮਿਆਂ ਦੇ ਵਿੱਚ ਸਕੂਲਾਂ ਦੀਆਂ ਬਿਲਡਿੰਗਾਂ ਨਹੀਂ ਸੀ ਹੁੰਦੀਆਂ, ਬੱਚੇ ਖਾਸ ਤੌਰ 'ਤੇ ਕਿਸੇ ਦਰਖਤਾਂ ਜਾਂ ਸੰਘਣੇ ਬ੍ਰਿਕਸ਼ਾਂ ਦੇ ਥੱਲੇ ਪੜ੍ਹਦੇ ਹੁੰਦੇ ਸੀ। ਕਹਿੰਦੇ ਅਸੀਂ ਉਸ ਨਗਰ ਦੇ ਵਿੱਚ ਪੜ੍ਹਦੇ ਹੁੰਦੇ ਸੀ, ਅਤੇ ਮਹਾਂਪੁਰਖ ਦੱਸਦੇ ਸੀ ਕਿ ਮੈਂ ਉਸ ਟਾਈਮ 8ਵੀਂ ਦਾ ਵਿਦਿਆਰਥੀ ਸੀ, ਅਤੇ ਜਿਸ ਖੁੱਲ੍ਹੇ ਮੈਦਾਨ ਦੇ ਦਰਖਤਾਂ ਦੇ ਥੱਲੇ ਕਹਿੰਦੇ ਅਸੀਂ ਪੜ੍ਹਦੇ ਹੁੰਦੇ ਸੀ, ਅਤੇ ਉਹਨਾਂ ਦਰਖਤਾਂ ਦੇ ਵਿੱਚ ਕਹਿੰਦੇ ਉਹਨਾਂ ਟਾਈਮਾਂ ਦੇ ਵਿੱਚ ਠੂਏ ਹੁੰਦੇ ਸੀ। ਜਿਹੜੇ ਠੂਏ ਹੁੰਦੇ ਸੀ ਉਹ ਦਰਖਤਾਂ ਦੇ ਵਿੱਚ ਰਹਿੰਦੇ ਹੁੰਦੇ ਸੀ। ਇਹ ਜਿਹੜੇ ਵਿਛੂ ਹੁੰਦੇ ਸੀ, ਠੂਹੇ ਹੁੰਦੇ ਸੀ, ਇਹ ਕਿਤੇ ਜਿਹੜੇ ਪੜ੍ਹਨ ਵਾਲੇ ਵਿਦਿਆਰਥੀ ਆ ਉਹਨਾਂ ਨੂੰ ਡੰਗ ਮਾਰ ਦਿੰਦੇ ਹੁੰਦੇ ਸੀ। ਸੋ ਦੱਸਦੇ ਆ ਕਿ ਸਾਡੇ ਸਕੂਲ ਦੇ ਇੱਕ ਜਿਹੜੇ ਮੇਨ ਹੈਡਮਾਸਟਰ ਸਾਹਿਬ ਹੁੰਦੇ ਸੀ, ਜਿਸ ਵੀ ਵਿਦਿਆਰਥੀ ਦੇ ਠੂਆਂ ਲੜਨਾ, ਡੰਗ ਮਾਰਨਾ, ਅਤੇ ਦੇਖੋ ਡੰਗ ਦਾ ਅਸਰ ਜਿਹੜਾ ਵਿਦਿਆਰਥੀ ਨੇ ਚੀਕਾਂ ਮਾਰਨੀਆਂ, ਉਸੇ ਹੀ ਹੈਡਮਾਸਟਰ ਨੇ ਉਸ ਦੀ ਉਂਗਲੀ ਫੜ ਕੇ ਇੱਕ ਕਹਿੰਦੇ ਕਾਲੇ ਰੰਗ ਦਾ ਧਾਗਾ ਜਿਹਾ ਬੰਨ੍ਹ ਦੇਣਾ, ਧਾਗਾ ਬੰਨ੍ਹ ਕੇ ਉਹਦੇ ਉੱਤੇ ਉਹਨੇ ਮੰਤਰ ਫੂਕਣਾ, ਅਤੇ ਉਸ ਤੋਂ ਬਾਅਦ ਕਹਿੰਦੇ ਉਹ ਜਿਹੜੀ ਦਰਦ ਸੀ ਉਹ ਸਦਾ ਵਾਸਤੇ ਗਾਇਬ ਹੋ ਜਾਂਦੀ ਸੀ। ਅਤੇ ਬਾਅਦ 'ਚ ਫਿਰ ਕਹਿੰਦੇ ਉਸੇ ਹੈਡਮਾਸਟਰ ਨੇ ਬੱਚੇ ਨੂੰ ਕਹਿਣਾ ਕਿ ਜਾਂ ਤੇਰੇ ਕੋਈ ਕੀੜੀ ਵਗੈਰਾ ਲੜ ਗਈ ਆ, ਇਸ ਕਰਕੇ ਕੋਈ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ, ਅਤੇ ਤੂੰ ਜਾ ਆਪਣੇ ਸਕੂਲ ਦਾ ਕੰਮ ਕਰ, ਜਾ ਕੇ ਦੁਬਾਰਾ ਪੜ੍ਹਾਈ ਕਰ। ਬੱਚੇ ਇਸ ਤਰ੍ਹਾਂ ਜਿਹੜੇ ਹੁੰਦੇ ਸੀ ਉਹ ਸਕੂਲ 'ਚ ਪੜ੍ਹਦੇ ਹੁੰਦੇ ਸੀ, ਅਤੇ ਇਹ ਜਿਹੜੇ ਵਿਛੂ ਹੁੰਦੇ ਸੀ ਆਮ ਕਰਕੇ ਬੱਚਿਆਂ ਨੂੰ ਇਹ ਡੰਗ ਮਾਰ ਜਾਂਦੇ ਸੀਗੇ, ਅਤੇ ਜਿਹਨੂੰ ਡੰਗ ਮਾਰਦੇ ਸੀ ਉਹ ਜਿਹੜੇ ਹੈਡਮਾਸਟਰ ਸੀਗੇ ਉਹ ਆਪਣੇ ਤਰੀਕੇ ਦੇ ਨਾਲ ਉਹਨਾਂ ਦਾ ਡੰਗ ਬੰਨ੍ਹ ਦਿੰਦੇ ਹੁੰਦੇ ਸੀ, ਅਤੇ ਕਹਿੰਦੇ ਵੀ ਉਹ ਜਿਹੜਾ ਧਾਗਾ ਬੰਨ੍ਹਦੇ ਹੁੰਦੇ ਸੀ ਉਹਨੂੰ ਕਹਿੰਦੇ ਸੀ ਕਿ ਇਹ ਧਾਗਾ ਅੱਜ ਨਹੀਂ ਖੋਲ੍ਹਣਾ ਹੈਗਾ, ਸਵੇਰੇ ਖੋਲ੍ਹ ਦੇਣਾ ਹੈਗਾ। ਅਤੇ ਕਹਿੰਦੇ ਵੀ ਉਹ ਜਿਉਂ ਹੀ ਮੰਤਰ ਪੜ੍ਹਦੇ ਹੁੰਦੇ ਸੀ ਉਹ ਡੰਗ ਦੀ ਦਰਦ ਯਕਦਮ ਬੰਦ ਹੋ ਜਾਂਦੀ ਸੀ। ਲੇਕਿਨ ਹੁਣ ਇਸ ਗੱਲ ਦੇ ਪਿੱਛੇ ਕੀ ਲੌਜਿਕ ਆ, ਕੀ ਗੱਲਬਾਤ ਹੈ, ਕਹਿੰਦੇ ਵੀ ਸਾਨੂੰ ਸਮਝ ਨਹੀਂ ਸੀ ਆਉਂਦੀ। ਸੋ ਮਹਾਤਮਾ ਦੱਸਦੇ ਸੀਗੇ ਕਿ ਮੈਂ ਇੱਕ ਦਿਨ ਉਸੇ ਹੈਡਮਾਸਟਰ ਸਾਹਿਬ ਨੂੰ ਪੁੱਛਿਆ ਕਿ ਤੁਸੀਂ ਕਿਵੇਂ ਇਹ ਜਿਹੜੇ ਵਿਛੂ ਦੇ ਡੰਗ ਮਾਰੇ ਆ ਇਹਨਾਂ ਨੂੰ ਆਪਣੇ ਕੰਟਰੋਲ 'ਚ ਕਰ ਲੈਂਦੇ, ਕਿਵੇਂ ਇਹ ਡੰਗ ਬੰਨ੍ਹ ਦਿੰਦੇ ਆ, ਸਾਨੂੰ ਵੀ ਇਹ ਤਰੀਕਾ ਦੱਸੋ। ਜਦੋਂ ਕਹਿੰਦੇ ਇਹ ਗੱਲ ਹੋਈ ਸੀ ਤਾਂ ਫਿਰ ਉਹ ਹੈਡਮਾਸਟਰ ਸਾਹਿਬ ਕਹਿੰਦੇ ਸੀਗੇ ਅਗਰ ਤੂੰ ਇਹ ਤਰੀਕਾ ਮੇਰੇ ਤੋਂ ਸਿੱਖਣਾ ਹੈਗਾ ਤਾਂ ਤੈਨੂੰ ਫਿਰ ਮੇਰੇ ਨਾਲ ਸੰਕਲਪ ਕਰਨਾ ਪਊਗਾ। ਕਹਿੰਦੇ ਵੀ ਉਹਨਾਂ ਟਾਈਮਾਂ ਦੇ ਵਿੱਚ ਜਿਹੜੇ ਇਸ ਤਰ੍ਹਾਂ ਮੰਤਰ ਸਿਖਾਉਂਦੇ ਹੁੰਦੇ ਸੀ ਉਹ ਆਪਣਾ ਜਿਹੜਾ ਸ਼ਿਸ਼ ਸੀਗਾ, ਨਵਾਂ ਵਿਦਿਆਰਥੀ ਹੁੰਦਾ ਸੀ, ਉਹ ਤੋਂ ਸੰਕਲਪ ਲੈਂਦੇ ਹੁੰਦੇ ਸੀ ਅਤੇ ਪਾਣੀ ਦੀ ਚੂਲੀ ਛਡਾਉਂਦੇ ਹੁੰਦੇ ਸੀ। ਕਹਿੰਦੇ ਮੈਂ ਜਿਹੜੀ ਸੀ ਪਾਣੀ ਦੀ ਚੂਲੀ ਛੱਡ ਕੇ ਸੰਕਲਪ ਕਰ ਦਿੱਤਾ। ਉਸ ਤੋਂ ਬਾਅਦ ਕਹਿੰਦੇ ਵੀ ਉਹ ਹੈਡਮਾਸਟਰ ਮੈਨੂੰ ਕਹਿਣ ਲੱਗਾ ਕਿ ਇਸ ਤਰ੍ਹਾਂ ਕਰਨਾ ਹੈ ਕਿ ਜਿੱਦਣ ਦੀਵਾਲੀ ਆਊਗੀ ਦੀਵਾਲੀ ਵਾਲੀ ਰਾਤ ਨੂੰ ਤੂੰ ਮੇਰੇ ਪਾਸ ਆ ਜਾਣਾ, ਮੈਂ ਤੈਨੂੰ ਮੰਤਰ ਸਿਖਾਊਂਗਾ। ਕਹਿੰਦੇ ਵੀ ਉਸ ਤੋਂ ਬਾਅਦ ਜਦ ਦੀਵਾਲੀ ਆਈ
ਮੈਂ ਕਹਿੰਦੇ ਬੜੇ ਚਾਅ ਨਾਲ ਹੈਡਮਾਸਟਰ ਸਾਹਿਬ ਦੇ ਘਰ ਗਿਆ। ਫਿਰ ਕਹਿੰਦੇ ਵੀ ਉਹਨੇ ਉਹ ਮੈਨੂੰ ਮੰਤਰ ਸਿਖਾਇਆ ਸੀਗਾ ਕਿ ਕਿਵੇਂ ਵਿਛੂ ਦਾ ਡੰਗ ਨੂੰ ਬੰਨ੍ਹਣਾ ਹੈਗਾ। ਫਿਰ ਕਹਿੰਦੇ ਵੀ ਜਦੋਂ ਮੈਂ ਉਹ ਜਿਹੜਾ ਮੰਤਰ ਸੀਗਾ ਉਹ ਦੀਵਾਲੀ ਵਾਲੀ ਰਾਤ ਨੂੰ ਪੜ੍ਹਦਾ ਰਿਹਾ, ਜਿਵੇਂ ਜਿਵੇਂ ਕਹਿੰਦੇ ਉਹ ਮੈਨੂੰ ਹੈਡਮਾਸਟਰ ਸਾਹਿਬ ਪੜ੍ਹਾਉਂਦੇ ਗਏ। ਉਸ ਕਹਿੰਦੇ ਮੰਤਰ ਨੂੰ ਪੜ੍ਹਨ ਤੋਂ ਬਾਅਦ ਕਹਿੰਦੇ ਫਿਰ ਮੈਨੂੰ ਹੈਡਮਾਸਟਰ ਸਾਹਿਬ ਕਹਿਣ ਲੱਗੇ ਕਿ ਹੁਣ ਤੂੰ ਇਸ ਤਰ੍ਹਾਂ ਕਰਨਾ, ਇੱਕ ਨਿੰਬੂ ਲੈ ਕੇ ਇਸ ਦੇ 2 ਫਾੜ ਕਰ ਦੇਣੇ ਆ ਅਤੇ ਨਿੰਬੂ ਨੂੰ ਕੱਟਣਾ ਹੈਗਾ। ਕਹਿੰਦੇ ਵੀ ਜਦੋਂ ਮੈਂ ਨਿੰਬੂ ਲੈ ਕੇ 2 ਫਾੜ ਕੀਤੇ ਫਿਰ ਹੈਡਮਾਸਟਰ ਸਾਹਿਬ ਕਹਿੰਦੇ ਲੈ ਅੱਜ ਤੋਂ ਬਾਅਦ ਕਿਸੇ ਦੇ ਵੀ ਵਿਛੂ ਲੜੇਗਾ ਹੈ ਨਾ, ਅਤੇ ਤੂੰ ਇਹ ਜਿਹੜਾ ਮੰਤਰ ਤੈਨੂੰ ਦਿੱਤਾ ਹੈਗਾ ਉਸ ਦੀ ਲੜੀ ਵਾਲੀ ਜਗ੍ਹਾ ਦੇ ਉੱਤੇ ਪੜ੍ਹ ਦੇਣਾ ਹੈਗਾ ਅਤੇ ਉਹਦੇ ਉੱਤੇ ਇੱਕ ਕਾਲਾ ਧਾਗਾ ਬੰਨ੍ਹ ਦੇਣਾ ਹੈਗਾ, ਅਤੇ ਉਹ ਵਿਦਿਆਰਥੀ ਨੂੰ ਜਿਹਦੇ ਉੱਤੇ ਵਿਛੂ ਨੇ ਡੰਗ ਮਾਰਿਆ ਉਹਨੂੰ ਡੰਗ ਨਹੀਂ ਚੜ੍ਹੇਗਾ, ਨਾ ਉਹਨੂੰ ਦਰਦ ਹੋਊਗੀ, ਉਹਦਾ ਡੰਗ ਪੂਰੀ ਤਰ੍ਹਾਂ ਸ਼ਾਂਤ ਹੋ ਜਾਊਗਾ। ਕਹਿੰਦੇ ਵੀ ਇਸ ਤਰ੍ਹਾਂ ਹੀ ਹੋਇਆ। ਕਹਿੰਦੇ ਫਿਰ ਮੈਂ ਜਦ ਕੀ ਦੇਖਿਆ ਕਿ ਕਿਸੇ ਦੇ ਵੀ ਅਗਰ ਵਿਛੂ ਡੰਗ ਮਾਰ ਦਿੰਦਾ ਸੀ ਤਾਂ ਮੈਂ ਉਹਦਾ ਡੰਗ ਤਾਰਨ ਵਾਲਾ ਮੰਤਰ ਪੜ੍ਹ ਦਿੰਦਾ ਸੀ। ਉਹ ਜਿਸ ਦੇ ਵਿਛੂ ਨੇ ਡੰਗ ਮਾਰਿਆ ਹੁੰਦਾ ਸੀਗਾ ਉਹਦਾ ਡੰਗ ਪੂਰੀ ਤਰ੍ਹਾਂ ਉਤਰ ਜਾਂਦਾ ਸੀਗਾ। ਕਹਿੰਦੇ ਇਹਦੇ ਪਿੱਛੇ ਹੁਣ ਮੈਨੂੰ ਵੀ ਸਮਝ ਨਹੀਂ ਸੀ ਆਉਂਦੀ। ਫਿਰ ਕਹਿੰਦੇ ਮੈਂ ਹੈਡਮਾਸਟਰ ਸਾਹਿਬ ਨੂੰ ਪੁੱਛਿਆ ਵੀ ਕਿਵੇਂ ਹੁੰਦਾ ਹੈ। ਹੈਡਮਾਸਟਰ ਸਾਹਿਬ ਕਹਿਣ ਲੱਗੇ ਵੀ ਇਹ ਤਾਂ ਮੈਂ ਵੀ ਨਹੀਂ ਜਾਣਦਾ ਹੈਗਾ, ਪਰ ਹਾਂ ਸਿੱਧੇ ਤੌਰ 'ਤੇ ਸਮਝਣ ਵਾਲੀ ਇਹ ਹੈ ਕਿ ਇਹ ਮੰਤਰ ਦੀ ਸ਼ਕਤੀ ਦਾ ਕਮਾਲ ਹੈ। ਇਸ ਮੰਤਰ ਦੇ ਅੰਦਰ ਹੀ ਸ਼ਕਤੀ ਛੁਪੀ ਹੋਈ ਹੈ ਜਿਹੜੇ ਸਾਰੇ ਕਾਰਜ ਕਰਦੀ ਹੈ। ਫਿਰ ਹੀ ਕਹਿੰਦੇ ਉਸ ਹੈਡਮਾਸਟਰ ਸਾਹਿਬ ਨੇ ਮੈਨੂੰ ਕਿਹਾ ਸੀਗਾ ਕਿ ਭਾਈ ਜਦ ਵੀ ਦੀਵਾਲੀ ਆਊਗੀ ਸਾਲ ਬਾਅਦ, ਇਸ ਦੀਵਾਲੀ ਦੇ ਉੱਤੇ ਤੈਨੂੰ ਇਹ ਮੰਤਰ ਜਾਪ ਜ਼ਰੂਰ ਕਰਨਾ ਪੈਣਾ ਹੈਗਾ। ਅਗਰ ਤੂੰ ਮੰਤਰ ਜਾਪ ਛੱਡ ਦਿੱਤਾ ਹੈਗਾ, ਮੰਤਰ ਉਹੀ ਆ, ਫਿਰ ਇਹ ਮੰਤਰ ਅਸਰ ਨਹੀਂ ਕਰੇਗਾ। ਫਿਰ ਕਹਿੰਦੇ ਵੀ ਜਦ ਵੀ ਦੀਵਾਲੀ ਆਉਣੀ ਮੈਂ ਬੈਠ ਕੇ ਉਸ ਮੰਤਰ ਦਾ ਜਾਪ ਕਰਨਾ, ਜਾਪ ਕਰਨ ਤੋਂ ਬਾਅਦ ਫਿਰ ਜਦ ਉਸ ਮੰਤਰ ਦੀ ਮੈਂ ਸਮਾਪਤੀ ਕਰਨੀ ਆ ਫਿਰ ਮੈਂ ਇੱਕ ਨਿੰਬੂ ਕੱਟਣਾ। ਫਿਰ ਨਿੰਬੂ ਕੱਟਣ ਤੋਂ ਬਾਅਦ ਕਹਿੰਦੇ ਫਿਰ ਇਸ ਤਰ੍ਹਾਂ ਜਿਹੜੇ ਸੀ ਬਹੁਤ ਸਾਰੇ ਲੋਕੀ ਜਿਨ੍ਹਾਂ ਨੂੰ ਵਿਛੂ ਜਾਂ ਹੋਰ ਜ਼ਹਿਰੀਲੇ ਜਿਹੜੇ ਕੀੜੇ ਕੱਟ ਜਾਂਦੇ ਹੁੰਦੇ ਸੀ ਉਹਨਾਂ ਦਾ ਇਲਾਜ ਮੈਂ ਸਿੱਧੇ ਤੌਰ 'ਤੇ ਇਸ ਤਰ੍ਹਾਂ ਕਰ ਦਿੰਦਾ ਹੁੰਦਾ ਸੀ। ਇੱਕ ਵਾਰ ਕਹਿੰਦੇ ਫਿਰ ਮੇਰੇ ਮਨ 'ਚ ਆਇਆ ਵੀ ਐਤਕੀ ਦੀਵਾਲੀ ਹੈ, ਐਤਕੀ ਮੈਂ ਦੀਵਾਲੀ ਦੇ ਉੱਤੇ ਇਹ ਮੰਤਰ ਜਾਪ ਨਹੀਂ ਕਰਨਾ ਹੈਗਾ, ਦੇਖਾਂਗੇ ਕਿ ਵਾਕਿਆ ਹੀ ਇਸ ਤਰ੍ਹਾਂ ਹੁੰਦੀ ਆ। ਕਹਿੰਦੇ ਵੀ ਮੈਂ ਉਹ ਜਿਹੜੀ ਦੀਵਾਲੀ ਸੀ ਖਾਲੀ ਲੰਘਾਤੀ। ਪਰ ਅਗਲੀ ਵੇਰ ਜਦੋਂ ਕਹਿੰਦੇ ਕਿਸੇ ਦੇ ਪਿੱਛੋਂ ਲੜਿਆ ਸੀਗਾ, ਜ਼ਹਿਰੀਲਾ ਕੀੜਾ ਲੜਿਆ ਸੀ, ਜਦ ਮੈਂ ਉੱਤੇ ਮੰਤਰ ਉਹੀ ਪੜ੍ਹਿਆ ਸੀਗਾ, ਉਸ ਮੰਤਰ ਨੇ ਕਹਿੰਦੇ ਵੀ ਫਿਰ ਅਸਰ ਨਹੀਂ ਸੀ ਕੀਤਾ। ਦੇਖੋ ਇਹ ਵੀ ਇੱਕ ਕਲਾ ਹੈਗੀ ਆ ਜਾਂ ਇੱਕ ਵਿਧੀ ਹੈਗੀ ਹੈ, ਇੱਕ ਮਰਜ਼ਾਦਾ ਹੈਗੀ ਹੈ। ਇਹ ਮਰਜ਼ਾਦਾ ਜਿਹੜੀ ਆ ਜਿਵੇਂ ਕਹਿੰਦੇ ਮੇਰੇ ਹੈਡਮਾਸਟਰ ਸਾਹਿਬ ਨੇ ਦੱਸੀ ਸੀ ਉਹ ਮੈਂ ਛੱਡ ਦਿੱਤੀ। ਮੰਤਰ ਵੀ ਉਹੀ ਆ ਲੇਕਿਨ ਮੰਤਰ ਅਸਰ ਨਹੀਂ ਕਰਦਾ। ਲੇਕਿਨ ਅਗਰ ਅਸੀਂ ਉਹਨੂੰ ਵਿਧੀ ਦੇ ਵਿੱਚ ਨਾ ਉਸ ਮੰਤਰ ਨੂੰ ਪੜ੍ਹੀਏ, ਇਸ ਕਰਕੇ ਕਹਿੰਦੇ ਜ਼ਰੂਰੀ ਆ ਵੀ ਕਿਸੇ ਵੀ ਮੰਤਰ ਨੂੰ ਪੜ੍ਹਨਾ ਹੋਵੇ ਅਤੇ ਜਿਸ ਤੋਂ ਮੰਤਰ ਸਿੱਖਦੇ ਹਨ ਫਿਰ ਉਹ ਮੰਤਰ ਸਿਖਾਉਣ ਵਾਲਾ ਉਹਦੀ ਵਿਧੀ ਦੱਸ ਦਿੰਦਾ ਹੈਗਾ। ਜਿਵੇਂ ਕਹਿੰਦੇ ਵੀ ਵਿਛੂ ਦੇ ਡੰਗ ਬੰਨ੍ਹਣ ਦੀ ਜਿਹੜੀ ਵਿਧੀ ਸੀ ਮੈਨੂੰ ਹੈਡਮਾਸਟਰ ਸਾਹਿਬ ਨੇ ਦੱਸੀ ਸੀ ਕਿ ਜਦ ਵੀ ਦੀਵਾਲੀ ਸਾਲ ਦੇ ਬਾਅਦ ਆਵੇ ਤਾਂ ਫਿਰ ਕਹਿੰਦੇ ਵੀ ਤੁਸੀਂ ਉਸ ਰਾਤ ਬੈਠ ਕੇ ਇਹ ਮੰਤਰ ਦਾ ਜਾਪ ਕਰਨਾ ਹੈਗਾ। ਫਿਰ ਕਹਿੰਦੇ ਵੀ ਤੁਸੀਂ ਇਸ ਮੰਤਰ ਦੀ ਸਮਾਪਤੀ ਤੋਂ ਬਾਅਦ ਇੱਕ ਨਿੰਬੂ ਕੱਟਣਾ ਹੈਗਾ। ਇਸ ਤਰ੍ਹਾਂ ਕਿਸੇ ਦੇ ਵੀ ਕੋਈ ਜ਼ਹਿਰੀਲਾ ਕੀੜਾ ਜਾਂ ਜ਼ਹਿਰ ਚੜ੍ਹੀ ਹੋਵੇ ਉਸ ਦਾ ਜਿਹੜਾ ਵਿਸ਼ ਹੈਗਾ ਉਹ ਤੇਰੇ ਮੰਤਰ ਪੜ੍ਹਨਾ ਹੀ ਦੂਰ ਹੋ ਜਾਵੇਗਾ। ਸੋ ਦੂਸਰੀ ਘਟਨਾ ਮਹਾਂਪੁਰਖ ਦੱਸਦੇ ਹੁੰਦੇ ਸੀਗੇ ਕਿ ਇਹ ਤਾਂ ਵਿਛੂ ਬੰਨ੍ਹਣ ਵਾਲਾ ਮੰਤਰ ਹੈਗਾ। ਕਹਿੰਦੇ ਵੀ ਇੱਕ ਮੰਤਰ ਅਸੀਂ ਹੋਰ ਦੇਖਿਆ ਹੈ। ਉਹ ਮੰਤਰ ਕੀ ਆ ਕਿ ਦੇਖੋ ਇੱਕ ਗਾਂ ਆ ਜਾਂ ਮੱਝ ਹੈਗੀ ਆ, ਜਿਸ ਨੂੰ ਗਾਂ ਜਾਂ ਮੱਝ ਨੂੰ ਨਜ਼ਰ ਲੱਗ ਜਾਵੇ, ਉਹ ਜਿਹੜੀ ਮੱਝ ਹੈਗੀ ਆ ਉਹ ਫਿਰ ਦੁੱਧ ਨਹੀਂ ਦਿੰਦੀ, ਗਾਂ ਦੁੱਧ ਨਹੀਂ ਦਿੰਦੀ। ਖਾਸ ਕਰਕੇ ਜਿਹੜਾ ਉਸ ਗਾਂ ਤਾਂ ਮੱਝ ਨੂੰ ਪੱਠੇ ਪਾਉਣ ਵਾਲਾ ਉਹਦਾ ਮਾਲਕ ਹੁੰਦਾ ਹੈ, ਜਿਹੜਾ ਉਹਨੂੰ ਪ੍ਰੇਮ ਕਰਦਾ, ਸਭ ਕੁਛ ਕਰਦਾ, ਉਸ ਤੋਂ ਵੀ ਗਾਂ ਜਿਹੜੀ ਦੂਰ ਭੱਜਦੀ ਆ, ਉਹਦੇ ਲਾਗੇ ਖੜ੍ਹੀ ਨਹੀਂ ਹੁੰਦੀ। ਫਿਰ ਕਹਿੰਦੇ ਵੀ ਸਾਨੂੰ ਇਹ ਸਮਝ ਨਹੀਂ ਆਉਂਦੀ ਵੀ ਇਸ ਨਜ਼ਰ ਦੇ ਵਿੱਚ ਕੀ ਤਾਕਤ ਹੈ ਕਿ ਜਿਹੜੀ ਗਾਂ ਨੂੰ ਉਹ ਦੁੱਧ ਤਾਰ ਨਹੀਂ ਦਿੰਦੀ। ਅਗਰ ਗਾਂ ਦੁੱਧ ਦੇਵੇ ਤਾਂ ਗਾਂ ਨੂੰ ਤਕਲੀਫ ਹੁੰਦੀ, ਇਸ ਕਰਕੇ ਗਾਂ ਜਿਹੜੀ ਉਹ ਨੱਠਦੀ ਭੱਜਦੀ ਆ। ਪਰ ਕਹਿੰਦੇ ਵੀ ਅਸੀਂ ਇੱਕ ਚੀਜ਼ ਦੇਖੀ ਆ ਕਿ ਇੱਕ ਬਿਲਕੁਲ ਅਨਪੜ੍ਹ ਆਦਮੀ ਆਇਆ ਜਿਸ ਨੇ ਇਹ ਜਿਹੜਾ ਗਾਂ ਦੁੱਧ ਦੇਣ ਵਾਲਾ ਸੀਗਾ, ਗਾਂ ਦਾ ਦੁੱਧ ਉਤਾਰਨ ਵਾਲਾ ਮੰਤਰ ਸੀ, ਉਹ ਆਦਮੀ ਜਾਣਦਾ ਸੀਗਾ। ਕਹਿੰਦੇ ਫਿਰ ਉਸ ਨੂੰ ਸੱਦ ਕੇ ਲਿਆਂਦਾ। ਜਦ ਕਹਿੰਦੇ ਉਹ ਆਦਮੀ ਆਇਆ, ਉਸ ਆਦਮੀ ਨੇ ਆ ਕੇ ਜਿਹੜੀ ਗਾਂ ਦੁੱਧ ਨਹੀਂ ਸੀ ਦਿੰਦੀ, ਕਹਿੰਦੇ ਸਾਡੇ ਸਾਹਮਣੇ ਜ਼ਮੀਨ ਦੇ ਉੱਤੇ ਬੈਠ ਕੇ ਕਹਿੰਦੇ ਚਾਕੂ ਦੇ ਨਾਲ ਕਹਿੰਦੇ ਵੀ ਉਹਨੇ ਕੁਛ ਲਕੀਰਾਂ ਜਿਹੜੀਆਂ ਉਹ ਬਾਹੀਆਂ ਮੰਤਰ ਪੜ੍ਹ ਕੇ। ਜਦ ਲਕੀਰਾਂ ਮੰਤਰ ਪੜ੍ਹ ਕੇ ਉਹਨੇ ਧਰਤੀ ਦੇ ਉੱਤੇ ਮਾਰੀਆਂ, ਕਹਿੰਦੇ ਵੀ ਉਹ ਚਾਕੂ ਦੇ ਨਾਲ ਜਦ ਉਹਨੇ ਲਕੀਰਾਂ ਮਾਰੀਆਂ, ਲਕੀਰਾਂ ਮਾਰਨ ਤੋਂ ਬਾਅਦ ਫਿਰ ਕਹਿੰਦੇ ਦੇਖੋ ਉਸ ਨੇ ਉਹ ਮੰਤਰ ਮੂੰਹ ਦੇ ਵਿੱਚ ਜਪਦੇ ਹੋਏ ਨੇ। ਜਦ ਲਕੀਰਾਂ ਮਾਰ ਕੇ ਉਹ ਹਟਿਆ, ਉਸ ਨੇ ਫਿਰ ਨਾ ਗਾਂ ਦੇ ਉੱਤੇ 3-4 ਫੂਕਾਂ ਮਾਰੀਆਂ। ਜਦੋਂ ਕਹਿੰਦੇ ਗਾਂ ਦੇ ਉੱਤੇ 3-4 ਫੂਕਾਂ ਮਾਰੀਆਂ, ਕਹਿੰਦੇ ਹੈਰਾਨੀ ਦੀ ਗੱਲ ਉਹ ਆ ਕਿ ਸਾਡੇ ਸਾਹਮਣੇ ਜਿਹੜਾ ਸੀਗੀ ਗਾਂ, ਉਹਨੇ ਉਸ ਯਕਦਮ ਜਿਹੜਾ ਦੁੱਧ ਲਾ ਲਿਆ ਅਤੇ ਉਹਦੇ ਮਾਲਕ ਨੇ ਬੜੇ ਆਰਾਮ ਨਾਲ ਚੋ ਲਿਆ।
ਕਹਿੰਦੇ ਅਸੀਂ ਇਸ ਗੱਲ ਦੀ ਹੈਰਾਨ ਸੀਗੇ ਵੀ ਦੇਖੋ ਮਾਲਕ ਵਾ ਜਿਹੜਾ ਗਾਂ ਨੂੰ ਪੱਠੇ ਪਾਉਂਦਾ ਹੈਗਾ, ਉਹਦੇ ਨਾਲ ਪਿਆਰ ਕਰਦਾ, ਗਾਂ ਜਿਹੜੀ ਆ ਉਸ ਨੂੰ ਪੂਰੀ ਤਰ੍ਹਾਂ ਜਾਣਦੀ ਆ, ਪਰ ਇਸ ਟਾਈਮ ਕਿਸੇ ਦੀ ਨਜ਼ਰ ਲੱਗਣ ਦੇ ਨਾਲ ਗਾਂ ਨੂੰ ਲਾਗੇ ਖੜ੍ਹਨ ਨਹੀਂ ਦਿੰਦੀ। ਪਰ ਕਿਵੇਂ ਇੱਕ ਅਨਪੜ੍ਹ ਆਦਮੀ ਜਿਸ ਨੂੰ ਇਸ ਮੰਤਰ ਦੀ ਜਾਣਕਾਰੀ ਆ ਕਿ ਇਹ ਨਜ਼ਰ ਕਿਵੇਂ ਉਤਾਰਨੀ ਆ ਅਤੇ ਗਾਂ ਦਾ ਦੁੱਧ ਕਿਵੇਂ ਲਾਉਣਾ ਹੈਗਾ, ਕਿਵੇਂ ਉਹ ਧਰਤੀ 'ਤੇ ਲੀਕਾਂ ਮਾਰ ਕੇ ਉਹ ਮੰਤਰ ਪੜ੍ਹ ਕੇ ਅਤੇ ਗਾਂ ਦੇ ਉੱਤੇ 3-4 ਫੂਕਾਂ ਮਾਰ ਦਿੰਦਾ ਤਾਂ ਗਾਂ ਜਿਹੜੀ ਆਰਾਮ ਨਾਲ ਖੜੀ ਹੋ ਜਾਂਦੀ ਅਤੇ ਦੁੱਧ ਦੇ ਦਿੰਦੀ ਆ। ਪਰ ਕਹਿੰਦੇ ਦੇਖੋ ਇਹਦੇ ਪਿੱਛੇ ਹੁਣ ਕੀ ਲੌਜਿਕ ਹੋ ਸਕਦਾ ਹੈ। ਭਾਵ ਕਿ ਅਗਰ ਕੋਈ ਆਦਮੀ ਹੋਵੇ ਤਾਂ ਆਦਮੀ ਕਹਿ ਸਕਦਾ ਹੈਗਾ ਵੀ ਭਾਈ ਇਸ ਨੇ ਗਾਂ ਨੂੰ ਇਸ ਤਰੀਕੇ ਨਾਲ ਵਸ਼ ਕਰ ਲਿਆ ਹੈਗਾ। ਪਰ ਦੇਖੋ ਇੱਕ ਸਧਾਰਨ ਜਾਨਵਰ ਗਾਂ ਹੈਗੀ ਆ, ਲੇਕਿਨ ਉਸ ਦੇ ਉੱਤੇ ਮੰਤਰ ਪੜ੍ਹਨ ਦੇ ਨਾਲ ਗਾਂ ਕਿਵੇਂ ਆਰਾਮ ਨਾਲ ਖੜ ਸਕਦੀ ਆ। ਲੇਕਿਨ ਇਹਦੇ ਸਾਰੇ ਜਿਹੜੇ ਭੇਦ ਹੈਗੇ ਆ ਉਹ ਦੱਸਦੇ ਆ ਕਿ ਇਹਨਾਂ ਮੰਤਰਾਂ ਦੀ ਸ਼ਕਤੀਆਂ ਦੇ ਕਮਾਲ ਆ। ਇਹ ਜਿਹੜੇ ਮੰਤਰ ਆ ਸਮੇਂ ਦੇ ਵਿੱਚ ਸਾਡੇ ਰਿਸ਼ੀਆਂ ਮੁਨੀਆਂ ਦੇ ਅੰਦਰੋਂ ਇੱਕ ਚਸ਼ਮੇ ਦੀ ਤਰ੍ਹਾਂ ਨਿਕਲੇ ਹੋਏ ਆ। ਜਿਵੇਂ ਇੱਕ ਮਹਾਤਮਾ ਦੱਸਦੇ ਸੀਗੇ ਕਿ ਮੇਰੇ ਸੰਪਰਕ ਦੇ ਵਿੱਚ ਇੱਕ ਐਸੇ ਕੋਈ ਮਹਾਤਮਾ ਆਏ, ਉਹ ਮੈਨੂੰ ਕਹਿਣ ਲੱਗਾ ਕਿ ਮੈਂ ਇੱਕ ਮੰਤਰ ਜਾਣਦਾ ਹੈਗਾ, ਇਹ ਮੰਤਰ ਮੈਂ ਕਿਸੇ ਹੋਰ ਨੂੰ ਨਹੀਂ ਦੱਸਦਾ, ਲੇਕਿਨ ਤੁਸੀਂ ਸਮਾਜ ਦੀ ਬਹੁਤ ਸੇਵਾ ਕੀਤੀ ਹੈ, ਉੱਚੇ ਸਾਧੂ ਆ, ਇਸ ਕਰਕੇ ਮੈਂ ਇਹ ਮੰਤਰ ਤੁਹਾਨੂੰ ਦਿੰਦਾ ਹੈ। ਕਹਿੰਦੇ ਅਸੀਂ ਉਸ ਨੂੰ ਪੁੱਛਿਆ ਵੀ ਉਹ ਕਿਹੜਾ ਮੰਤਰ ਹੈ। ਫਿਰ ਕਹਿੰਦੇ ਉਹਨੇ ਦੱਸਿਆ ਸੀ ਉਹ ਮੰਤਰ ਇਹ ਆ ਕਿ ਅਗਰ ਤੁਸੀਂ ਉਹ ਮੰਤਰ ਨੂੰ ਪੜ੍ਹੋਗੇ ਤਾਂ ਫਿਰ ਕਹਿੰਦੇ ਤੁਸੀਂ ਦੇਖੋਗੇ ਜਿੰਨੀ ਵੀ ਮਰਜ਼ੀ ਬਾਰਿਸ਼ ਚੱਲਦੀ ਹੋਵੇ ਉਹ ਬਾਰਿਸ਼ ਦੀ ਇੱਕ ਵੀ ਕਣੀ ਤੁਹਾਡੇ ਉੱਤੇ ਨਹੀਂ ਪਊਗੀ। ਤੁਹਾਡੇ ਉੱਤੇ ਉਹ ਮੰਤਰ ਜਿਹੜਾ ਹੈ ਨਾ ਛਤਰੀ ਵਾਂਗੂ ਕੰਮ ਕਰੂਗਾ। ਤੁਸੀਂ ਬਾਰਿਸ਼ ਵਿੱਚ ਕਦੀ ਨਹੀਂ ਭਿੱਜੋਗੇ ਅਤੇ ਜਦੋਂ ਤੁਸੀਂ ਬਾਰਿਸ਼ ਦੇ ਵਿੱਚ ਗਿੱਲੇ ਨਹੀਂ ਹੋਗੇ, ਭਿੱਜੋਗੇ ਨੇ, ਤੁਹਾਡੇ ਕੱਪੜੇ ਸੁੱਕੇ ਰਹਿਣਗੇ ਅਤੇ ਜਿਨ੍ਹਾਂ ਨੂੰ ਦੇਖ ਕੇ ਜਿਹੜੇ ਸੰਸਾਰ ਦੇ ਲੋਕ ਬੜੇ ਚਕਿਤ ਰਹਿ ਜਾਣਗੇ, ਬੜੇ ਅਚਰਜ ਰਹਿ ਜਾਣਗੇ ਅਤੇ ਤੁਹਾਡੀ ਸੰਸਾਰ ਦੇ ਵਿੱਚ ਮਾਨਤਾ ਬਹੁਤ ਵੱਧ ਜਾਊਗੀ। ਪਰ ਕਹਿੰਦੇ ਵੀ ਜਦੋਂ ਉਹਨੇ ਮੈਨੂੰ ਇਹ ਸਾਰੀ ਗੱਲ ਦੱਸੀ ਸੀ, ਮਹਾਂਪੁਰਖ ਕਹਿਣ ਲੱਗੇ ਸੀਗੇ, ਫਿਰ ਕਹਿੰਦੇ ਵੀ ਮੈਂ ਉਸ ਨੂੰ ਆਖਿਆ ਕਿ ਜਿਸ ਮੰਤਰ ਦੇ ਪੜ੍ਹਨ ਦੇ ਨਾਲ ਸੰਸਾਰ ਦੇ ਵਿੱਚ ਪ੍ਰਸਿੱਧੀ ਹੋਵੇ, ਸੰਸਾਰ 'ਚ ਮਾਨਤਾ ਹੋ ਜਾਵੇ, ਉਹ ਮੰਤਰ ਅਸੀਂ ਨਹੀਂ ਲੈਣਾ ਹੈਗਾ। ਫਿਰ ਕਹਿੰਦੇ ਮੈਂ ਉਸ ਸੱਜਣ ਨੂੰ ਜਿਹੜੀ ਸੀ ਇਹ ਗੱਲ ਬਿਲਕੁਲ ਨਾ ਕਰ ਦਿੱਤੀ ਸੀ। ਪਰ ਕਹਿੰਦੇ ਮੈਂ ਇੰਨਾ ਜ਼ਰੂਰ ਜਾਣਦਾ ਹੈ ਕਿ ਵਾਕਿਆ ਹੀ ਉਹ ਸੱਜਣ ਇਸ ਮੰਤਰ ਨੂੰ ਸੰਭਾਲ ਕੇ ਰੱਖਿਆ ਸੀਗਾ ਅਤੇ ਇਹ ਮੰਤਰ ਜਿਹੜਾ ਸੀਗਾ ਅਗਰ ਕੋਈ ਵੀ ਆਦਮੀ ਅਗਰ ਸਿੱਖ ਲਵੇ ਅਤੇ ਉਸ ਜਿਹੜੀ ਉਹਨੇ ਵਿਧੀ ਦੱਸੀ ਹੈ ਉਸ ਤਰੀਕੇ ਦੇ ਨਾਲ ਕਰੇ ਅਤੇ ਬਾਰਿਸ਼ ਦੇ ਵਿੱਚ ਜਿੰਨਾ ਮਰਜ਼ੀ ਮੀਂਹ ਪੈਂਦਾ ਹੋਵੇ ਉਹਦੇ ਉੱਤੇ ਕੋਈ ਵੀ ਕਣੀ ਜਿਹੜੀ ਆ ਇੱਕ ਵੀ ਬਾਰਿਸ਼ ਦੀ ਨਹੀਂ ਪੈ ਸਕਦੀ। ਲੇਕਿਨ ਇਹਦੇ ਪਿੱਛੇ ਕੀ ਰਾਜ ਵਾ ਇਹ ਤਾਂ ਨਾ ਸਾਇੰਸ ਜਾਣ ਸਕਦੀ ਹੈ, ਨਾ ਕੋਈ ਇਹਦੇ ਉੱਤੇ ਕੋਈ ਲੌਜਿਕ ਹੈ। ਪਰ ਗੱਲ ਇੰਨੀ ਹੈਗੀ ਕਿ ਇਹ ਸਰਬ ਮੰਤਰਾਂ ਦੀਆਂ ਸ਼ਕਤੀਆਂ ਹੈਗੀਆਂ। ਸੋ ਕਹਿਣ ਤੋਂ ਭਾਵ ਇਹ ਹੈ ਕਿ ਭਾਰਤ ਵਰਸ਼ ਦੇ ਅੰਦਰ ਇੱਕ ਨਹੀਂ ਅਨੇਕਾਂ ਮੰਤਰ ਹੈਗੇ ਆ ਜਿਹੜੇ ਮੰਤਰ ਆਪੋ ਆਪਣੀਆਂ ਤਾਕਤਾਂ ਜਿਹੜੀਆਂ ਹੈ ਉਹ ਰੱਖਦੇ ਆ। ਇਹਨਾਂ ਪਿੱਛੇ ਜਿਹੜੀਆਂ ਛੁਪੀਆਂ ਸ਼ਕਤੀਆਂ ਹੈਗੀਆਂ ਇਹ ਉਜਾਗਰ ਹੋ ਜਾਂਦੀਆਂ ਹੈ। ਇਸੇ ਕਰਕੇ ਸਾਨੂੰ ਸੰਤਾਂ ਮਹਾਂਪੁਰਖਾਂ ਨੇ ਜਿੰਨੇ ਵੀ ਜਿਹੜੇ ਮੰਤਰ ਵਾ ਇਹਨਾਂ ਦਾ ਨਿਰਾਦਰ ਕਰਨ ਵਾਸਤੇ ਕੋਈ ਗੱਲ ਨਹੀਂ ਆਖੀ। ਹਾਂ ਇੰਨਾ ਜ਼ਰੂਰ ਆਖਿਆ ਹੈਗਾ ਕਿ ਜ਼ਿਆਦਾ ਮੰਤਰਾਂ ਦੇ ਨਾਲੋਂ ਅਗਰ ਅਸੀਂ ਇੱਕੋ ਰਾਮ ਨਾਮ ਦਾ ਮੰਤਰ ਦਾ ਜਾਪ ਕਰ ਲਈਏ ਤਾਂ ਸਾਰੇ ਜਿਹੜੇ ਮੰਤਰ ਇਹਦੇ ਅਧੀਨ ਆ ਜਾਂਦੇ ਆ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜਿਹੜੇ ਦੂਸਰੇ ਮੰਤਰ ਹੈਗੇ ਉਹਨਾਂ ਦੀ ਮਹੱਤਤਾ ਨਹੀਂ ਹੈਗੀ ਆ। ਇਸ ਕਰਕੇ ਇਹ ਮੰਤਰ ਭਾਵੇਂ ਛੋਟੇ ਛੋਟੇ ਆ, ਇੱਕ ਚੀਜ਼ ਵਾਸਤੇ ਜਿਹੜਾ ਜਪਿਆ ਮੰਤਰ ਹੈ ਉਹਦੀ ਇੱਕ ਸੀਮਾ ਹੈ, ਇੱਕ ਦਾਇਰਾ ਹੈਗਾ। ਉਹ ਸੀਮੇ ਅਤੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਦੇ ਆ। ਪਰ ਰਾਮ ਨਾਮ ਦਾ ਮੰਤਰ, ਪਰਮੇਸ਼ਰ ਦਾ ਨਾਮ, ਚਾਹੇ ਗੋਬਿੰਦ, ਅੱਲਾ, ਕਿਸੇ ਵੀ ਨਾਮ ਦੇ ਨਾਲ ਅਸੀਂ ਅਗਰ ਵਾਹਿਗੁਰੂ ਨੂੰ ਜਪਦੇ ਹਾਂ ਅਤੇ ਇਹ ਜਿਹੜਾ ਨਾਮ ਪਰਮੇਸ਼ਰ ਦਾ ਜਪਿਆ ਹੋਏ ਸਾਰੇ ਮੰਤਰਾਂ ਦੇ ਨਾਲੋਂ ਇਹ ਮਹਾ ਮੰਤਰ ਹੁੰਦਾ ਹੈਗਾ। ਬਾਕੀ ਮੰਤਰ ਇਹ ਤੋਂ ਛੋਟੇ ਹੁੰਦੇ ਆ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਦੂਸਰੇ ਮੰਤਰ ਇਸ ਦਾ ਅਸਰ ਨਹੀਂ ਰੱਖਦੇ। ਇਸ ਕਰਕੇ ਰਿਸ਼ੀਆਂ ਮੁਨੀਆਂ ਨੇ, ਕਿਉਂਕਿ ਜਿਹੜਾ ਨਾਮ ਜਪਣਾ ਹੈਗਾ ਸਭ ਤੋਂ ਔਖਾ ਹੈਗਾ, ਸਭ ਤੋਂ ਉੱਤਮਤਾ ਹੈ, ਲੇਕਿਨ ਜਿਹੜੇ ਦੂਸਰੇ ਮੰਤਰ ਛੋਟੇ ਛੋਟੇ ਹੁੰਦੇ ਆ ਇਹ ਜਲਦੀ ਸਿੱਧ ਹੋ ਜਾਂਦੇ ਆ। ਅਤੇ ਜਿਹੜੇ ਮੰਤਰ ਜਲਦੀ ਸਿੱਧ ਹੋ ਜਾਂਦੇ ਆ ਅਤੇ ਉਹ ਫਿਰ ਜਲਦੀ ਹੀ ਅਸਰ ਕਰਦੇ ਆ। ਪਰ ਉਹਦੇ ਵਾਸਤੇ ਜਿਹੜੀਆਂ ਵਿਧੀਆਂ ਹੈਗੀਆਂ ਉਹ ਵਿਧੀਆਂ ਉਹ ਸਾਰੀ ਉਮਰ ਕਿਸੇ ਨਾ ਕਿਸੇ ਤਰਤੀਬ ਦੇ ਨਾਲ ਕਰਨੀਆਂ ਪੈਂਦੀਆਂ। ਜਿਵੇਂ ਇੱਕ ਮਹਾਤਮਾ ਦੱਸਦੇ ਸੀਗੇ ਕਿ ਅਗਰ ਕਿਸੇ ਨੂੰ ਕੋਈ ਭੂਤ ਪ੍ਰੇਤ ਚੁੰਬੜਿਆ ਹੋਵੇ ਜਾਂ ਉਹਦੇ ਉੱਤੇ ਉਹਦੀ ਛਾਇਆ ਹੋਵੇ, ਉਹ ਆਦਮੀ ਉਹ ਕਸਰ ਵਿੱਚ ਹੋਵੇ, ਉਸ ਚੀਜ਼ ਨੂੰ ਉਸਨੂੰ ਪਕੜ ਲਿਆ ਹੋਵੇ, ਉਹ ਦੱਸਦੇ ਕਿ ਸਾਡੇ ਪਾਸ ਇੱਕ ਮੰਤਰ ਹੈ। ਉਹ ਜਿਹੜਾ ਮੰਤਰ ਸੀਗਾ ਉਹਨਾਂ ਨੇ ਦੱਸਿਆ ਸੀਗਾ, ਲੇਕਿਨ ਉਹਨਾਂ ਨੇ ਦੱਸਿਆ ਸੀਗਾ ਕਿ ਇਹ ਜਿਹੜਾ ਮੰਤਰ ਦਾ ਜਾਪ ਹੈਗਾ ਇਹ ਮਹੀਨੇ ਦੇ ਵਿੱਚ ਰੋਜ਼ ਮੱਸਿਆ ਦੇ ਵਿੱਚ ਬੈਠ ਕੇ 2-2.5 ਘੰਟੇ ਕਰਨਾ ਪੈਂਦਾ ਹੈਗਾ। ਜਿਹੜਾ ਆਦਮੀ 2-2.5 ਘੰਟੇ ਬੈਠ ਕੇ ਇਸ ਮੰਤਰ ਦਾ ਜਾਪ ਕਰੂਗਾ ਉਹ ਆਦਮੀ ਜਿਹੜਾ ਹੈਗਾ ਉਹਦੇ ਅੰਦਰ ਇਸ ਮੰਤਰ ਦੀ ਸਿੱਧੀ ਜਿਹੜੀ ਸ਼ਕਤੀ ਹੈਗੀ ਆ ਉਹ ਉਜਾਗਰ ਹੋ ਜਾਊਗੀ। ਅਗਰ ਕਿਸੇ ਵੀ ਚੀਜ਼ ਨੇ ਕਿਸੇ ਵੀ ਆਦਮੀ ਨੂੰ ਪਕੜਿਆ ਹੋਵੇ, ਉਹ ਜਿਹੜੀ ਪਕੜੀ ਹੋਈ ਚੀਜ਼ ਆ ਇਸ ਮੰਤਰ ਦੇ ਜਾਪ ਦੇ ਨਾਲ ਸਹਿਜੇ ਹੀ ਦੂਰ ਹੋ ਜਾਊਗੀ। ਚਾਹੇ ਕਿੰਨੀ ਵੀ ਕੋਈ ਤਾਕਤਵਰ ਹੋਵੇ,
ਉਹ ਜਿਹੜਾ ਆਦਮੀ ਆ ਉਸ ਨੂੰ ਛੱਡ ਕੇ ਚਲੀ ਜਾਊਗੀ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇਸ ਤਰ੍ਹਾਂ ਦੇ ਮੰਤਰਾਂ ਦੇ ਪ੍ਰਭਾਵ ਹੈਗੇ ਆ। ਸੋ ਜ਼ਰੂਰੀ ਆ ਕਿ ਅਸੀਂ ਇਹਨਾਂ ਛੋਟੇ ਛੋਟੇ ਮੰਤਰਾਂ ਦਾ ਸਤਿਕਾਰ ਕਰਦੇ ਹੋਏ ਵੀ ਉਹਨਾਂ ਰਿਸ਼ੀਆਂ ਮੁਨੀਆਂ ਦੇ ਸਦਕੇ ਜਾਂਦੇ ਆ ਜਿਨ੍ਹਾਂ ਨੇ ਸਮੇਂ ਦੇ ਵਿੱਚ ਆ ਕੇ ਇਹੋ ਜਿਹੇ ਮੰਤਰ ਉਹਨਾਂ ਦੇ ਅੰਦਰੋਂ ਪ੍ਰਗਟ ਹੋਏ ਆ। ਉਹਨਾਂ ਨੇ ਸੰਸਾਰ ਦੇ ਭਲੇ ਦੇ ਵਾਸਤੇ ਆਪਣੇ ਜਿੰਨੇ ਵੀ ਉਹਨਾਂ ਦੇ ਮੁਰੀਦ ਸੀਗੇ, ਸ਼ਾਗਿਰਦ ਸੀ, ਉਹਨਾਂ ਨਾਲ ਸਾਂਝੇ ਕੀਤੇ ਆ। ਪਰ ਐਸੇ ਬਹੁਤ ਸਾਰੇ ਮੰਤਰ ਆ ਜਿਹੜੇ ਅੱਜ ਸਾਡੇ ਤੋਂ ਅਲੋਪ ਹੋ ਗਏ। ਖਾਸ ਕਰਕੇ ਜਿਹੜੀ ਨਵੀਂ ਪੀੜ੍ਹੀ ਹੈਗੀ ਆ ਉਹ ਇਹਨਾਂ ਤੋਂ ਕਾਫੀ ਨਾਵਾਕਫ ਹੈਗੀ ਆ। ਸੋ ਜ਼ਰੂਰੀ ਹੈ ਕਿ ਸਾਨੂੰ ਇਸ ਚੀਜ਼ ਦੀ ਜਾਣਕਾਰੀ ਹੋਣੀ ਚਾਹੀਦੀ ਆ ਤਾਂ ਜੋ ਸਾਡੇ ਪੁਰਾਤਨ ਸਮੇਂ ਤੋਂ ਇਹ ਜਿਹੜਾ ਖਜ਼ਾਨਾ ਚੱਲਿਆ ਆ ਰਿਹਾ ਹੈ ਇਸ ਨੂੰ ਸੰਭਾਲਣ ਦੀ ਲੋੜ ਹੈਗੀ ਆ। ਪਰ ਗੱਲ ਇੱਕ ਹੈਗੀ ਆ ਕਿ ਅਸੀਂ ਇਹਨਾਂ ਦਾ ਸਤਿਕਾਰ ਕਰਦੇ ਹੋਏ ਫਿਰ ਵੀ ਜੋ ਆਪਣਾ ਮਹਾਂਮੰਤਰ ਹੈ ਉਸ ਦੇ ਨਾਲ ਜੁੜੇ ਰਹਿਣਾ ਹੈਗਾ ਤਾਂ ਜੋ ਜਿਹੜਾ ਮਹਾਂਮੰਤਰ ਜੋ ਵੀ ਜਿਹੜਾ ਸੰਤ ਮਹਾਤਮਾ ਜਪਦਾ ਹੈਗਾ ਉਹ ਮਹਾਂਮੰਤਰ ਦੇ ਨਾਲ ਹੀ ਆਪਣਾ ਲੋਕ ਤੇ ਪਰਲੋਕ ਸਵਾਰ ਸਕਦਾ ਹੈਗਾ। ਸੋ ਦਾਸ ਇੰਨੇ ਹੀ ਬਚਨ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕਵਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਣ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।